ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੇਸਿਕਲੀ ਅੱਜ ਨਾ ਆਪਾਂ ਇਕਨੋਮੀ ਦੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਬਿਕਾਜ਼ ਇਕਨੋਮਿਕਸ ਤੁਹਾਨੂੰ ਐਸਐਸਸੀ ਦੇ ਵਿੱਚ ਵੀ ਮਿਲੂਗੀ, ਕੋਈ ਰੇਲਵੇ ਦਾ ਪੇਪਰ ਉਸ 'ਚ ਵੀ ਮਿਲੂਗੀ ਤੇ ਪੰਜਾਬ ਦੇ ਹਰ ਪੇਪਰ ਦੇ ਵਿੱਚ, ਪੰਜਾਬ ਦਾ ਕੋਈ ਪੇਪਰ ਹੋਵੇ ਈਵਨ ਕਿ ਪੀਸੀਐਸ ਤੋਂ ਲੈ ਕੇ ਹਰ ਪੇਪਰ ਦੇ ਵਿੱਚ ਇਕਨੋਮਿਕਸ ਦਾ ਇੱਕ ਵੱਡਾ ਰੋਲ ਪਿੱਛੇ ਜੇ ਦੇਖਣ ਨੂੰ ਮਿਲਿਆ। ਤੇ ਆਰਾਮ ਨਾਲ ਭਾਵੇਂ ਆਪਾਂ ਨੈਬ ਤਹਿਸੀਲਦਾਰ ਦੀ ਗੱਲ ਕਰੀਏ, ਭਾਵੇਂ ਆਪਾਂ ਟ੍ਰਿਪਲ ਐਚ ਦੇ ਜਿੰਨੇ ਪੇਪਰ ਹੁੰਦੇ ਨੇ ਉਹਨਾਂ ਵਿੱਚ ਇਕਨੋਮੀ ਦਾ ਸੈਕਸ਼ਨ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ, ਜੋ ਕਿ ਆਪਾਂ ਦੇਖਿਆ ਸੀਗਾ ਜੇਲ ਬਾਰਡਰ 'ਚ ਵੀ ਦੇਖਣ ਨੂੰ ਮਿਲਿਆ ਤੇ ਕਿਤੇ ਨਾ ਕਿਤੇ ਕੁਝ ਹੱਦ ਤੱਕ ਆਪਾਂ ਨੂੰ ਕਈ ਹੋਰ ਪੇਪਰਾਂ ਦੇ ਵਿੱਚ ਵੀ ਜੋ ਟ੍ਰਿਪਲ ਐਚ ਨੇ ਕੰਡਕਟ ਕਰਾਏ ਸੀਗੇ ਤੇ ਇਕਨੋਮੀ ਦਾ ਇੱਕ ਵੱਡਾ ਸੈਕਸ਼ਨ ਦੇਖਣ ਨੂੰ ਮਿਲਿਆ ਸੀਗਾ। ਆਪਾਂ ਇਸ ਨੂੰ ਕਵਰ ਕਿਵੇਂ ਕਰਾਂਗੇ? ਦੇਖੋ, ਅੱਜ ਮੈਂ ਤੁਹਾਡੇ ਮੁਰੇ ਇਕਨੋਮਿਕ ਪਲੈਨਿੰਗ ਬਾਰੇ ਦੱਸੂਗਾ ਸਭ ਕੁਝ, ਵੀ ਇੰਡੀਆ ਦੇ ਵਿੱਚ ਇਕਨੋਮਿਕ ਪਲੈਨਿੰਗ ਕਿਵੇਂ ਹੁੰਦੀ ਸੀ, ਵੀ ਆਪਾਂ ਗੱਲ ਕਰੀਏ ਤਾਂ ਕਿਵੇਂ ਪਲੈਨਿੰਗ ਦੀ ਗੱਲ ਸ਼ੁਰੂ ਹੋਈ ਪਹਿਲੀ ਵਾਰ ਤਾਂ, ਵੀ ਕਿਹੜੀ ਏਜੰਸੀਜ਼ ਪਲੈਨਿੰਗ ਕਰਦੀਆਂ ਨੇ, ਨੀਤੀ ਆਯੋਗ ਕੀ ਹੈ, ਪਲੈਨਿੰਗ ਕਮਿਸ਼ਨ ਕੀ ਹੁੰਦਾ ਹੈ। ਫਿਰ ਦਿਨ ਆਪਾਂ ਪੜਾਂਗੇ 5 ਈਅਰ ਪਲਾਨ ਜੋ ਕਿ ਭਾਰਤ ਵਿੱਚ ਬਣਾਏ ਜਾਂਦੇ ਸੀਗੇ। ਹਰ 5 ਸਾਲ ਬਾਅਦ ਇੱਕ ਪਲਾਨ ਬਣਾਇਆ ਜਾਂਦਾ ਸੀਗਾ ਜਿਹਦੇ ਅੰਡਰ ਡਿਵੈਲਪਮੈਂਟ ਦੀ ਗੱਲ ਕੀਤੀ ਜਾਂਦੀ ਸੀਗੀ। ਸੋ 5 ਈਅਰ ਪਲੈਨਿੰਗ ਬਾਰੇ ਪੜਾਂਗੇ। ਦੈਨ ਆਪਾਂ ਇਕਨੋਮੀ ਦੇ ਵਿੱਚ ਪੋਵਰਟੀ ਬਾਰੇ, ਅਨਐਮਪਲੋਇਮੈਂਟ ਬਾਰੇ, ਅਨਐਮਪਲੋਇਮੈਂਟ ਕਿਵੇਂ ਕਿਵੇਂ ਦੀ ਹੁੰਦੀ ਹੈ ਉਹਨਾਂ ਬਾਰੇ। ਦੈਨ ਜੋ ਕੁਆਲਿਟੀ ਇਫੈਕਟਸ ਨੇ, ਜੇ ਆਪਾਂ ਗੱਲ ਕਰੀਏ ਟੈਕਸਟਾਈਲ ਸੈਕਟਰ ਹੋ ਗਿਆ, ਯਾਨੀ ਕੱਪੜਾ ਸੈਕਟਰ ਕਿਵੇਂ ਗਰੋ ਕਰ ਰਿਹਾ ਹੈ, ਕਿਵੇਂ ਜਿਹੜਾ ਸੀਮੈਂਟ ਸੈਕਟਰ ਉਹਦਾ ਕੀ ਜੀਡੀਪੀ ਸਾਡੇ ਵੀ ਆਪਾਂ ਕਹ ਲਈਏ ਜੀਡੀਪੀ 'ਚ ਕਿਵੇਂ ਕੰਟਰੀਬਿਊਟ ਕਰਦਾ ਹੈ, ਤਾਂ ਡਿਫਰੈਂਟ ਸੈਕਟਰਸ ਬਾਰੇ ਪੜਾਂਗੇ। ਸੋ ਅੱਜ ਪਹਿਲੇ ਦਿਨ 'ਚ ਆਪਾਂ ਸ਼ੁਰੂ ਕਰਨ ਲੱਗੇ ਹਾਂ ਇਕਨੋਮਿਕ ਪਲੈਨਿੰਗ। ਇਹ ਫਸਟ ਪਾਰਟ ਹੈ, ਦੈਨ ਇਹਦੇ ਆਪਾਂ ਅੱਗੇ ਪਾਰਟ ਕਰਦੇ ਰਵਾਂਗੇ ਜੀ। ਸੋ ਬੇਸਿਕ ਚੀਜ਼ ਤਾਂ ਪਹਿਲਾਂ ਇਕਨੋਮਿਕ ਪਲੈਨਿੰਗ ਇੱਥੋਂ ਸ਼ੁਰੂ ਹੁੰਦੀ ਹੈ ਜੀ। ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਸੰਵਿਧਾਨ ਪੜਿਆ ਸੀਗਾ ਤਾਂ ਪਹਿਲੀ ਗੱਲ ਪਤਾ ਕੀਤੀ ਸੀ ਵੀ ਸੰਵਿਧਾਨ ਦਾ ਆਈਡੀਆ ਕੌਣ ਲੈ ਕੇ ਆਇਆ। ਬੇਸਿਕਲੀ ਉਵੇਂ ਹੀ ਇਕਨੋਮੀ ਦੇ ਵਿੱਚ ਆਪਾਂ ਜੇ ਗੱਲ ਕਰੀਏ ਇੰਡੀਅਨ ਇਕਨੋਮੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਪਲੈਨਡ ਇਕਨੋਮੀ ਦੀ ਗੱਲ ਕਿਸਨੇ ਕੀਤੀ, ਕਿ ਸਾਡੀ ਇਕਨੋਮੀ ਪਲੈਨਡ ਹੋਣੀ ਚਾਹੀਦੀ, ਸਾਡੀ ਇਕਨੋਮੀ ਹੋਣੀ ਚਾਹੀਦੀ ਬੇਸਿਕਲੀ। ਤਾਂ ਪਲੈਨਿੰਗ ਬਾਰੇ ਗੱਲ ਕੌਣ ਲੈ ਕੇ ਆਇਆ ਜੀ? ਤਾਂ ਜਿਹੜੀ ਇਕਨੋਮੀ ਦੀ ਗੱਲ ਪਹਿਲੀ ਵਾਰੀ ਗੱਲ ਕੀਤੀ ਗਈ ਹੈ, ਆਈਡੀਆ ਲੈ ਕੇ ਆਇਆ ਗਿਆ, ਉਹ ਲੈ ਕੇ ਕੌਣ ਆਇਆ ਜੀ? ਐਮ ਵਿਸ਼ਵੇਸ਼ਵਰਿਆ ਨਾਮ ਦਾ ਇੱਕ ਬੰਦਾ ਸੀਗਾ। ਇੱਕ ਆਪਾਂ ਇਹਨਾਂ ਨੂੰ ਇੰਜੀਨੀਅਰ ਕਹਿੰਦੇ ਆ, ਇਹ ਇੰਜੀਨੀਅਰ ਸੀਗੇ ਨਾਲ ਇੱਕ ਪੋਲੀਟੀਸ਼ੀਅਨ ਵੀ ਸੀਗੇ। ਤਾਂ 1934 ਦੇ ਵਿੱਚ ਵੀ ਇਹ ਆਈਡੀਆ ਲੈ ਕੇ ਆਏ ਸੀਗੇ ਪਲੈਨਡ ਇਕਨੋਮੀ ਦਾ। ਉਹ ਆਈਡੀਆ ਕਿੱਥੇ ਮੈਂਸ਼ਨ ਕੀਤਾ ਗਿਆ ਸੀਗਾ? ਇਹਨਾਂ ਦੀ ਹੀ ਕਿਤਾਬ ਪਲੈਨਡ ਇਕਨੋਮੀ ਆਫ ਜਾਂ ਫॉर ਇੰਡੀਆ ਆਪਾਂ ਕਹਿੰਦੇ ਆ। ਤਾਂ ਪੇਪਰ 'ਚ ਇਹ ਕੁਐਸਚਨ ਕਹਿੰਦਾ ਹੈ ਵੀ ਆਹ ਜਿਹੜੀ ਬੁੱਕ ਹੈ ਕਿਹਨੇ ਰਿਟਨ ਕੀਤੀ ਸੀ, ਆ ਬੁੱਕ ਕਿਹਨੇ ਲਿਖੀ ਵੀ ਸੀ? ਤਾਂ ਵੀ ਧਿਆਨ ਰੱਖ ਲਿਓ, ਆ ਜਿਹੜੀ ਬੁੱਕ ਹੈ ਐਮ ਵਿਸ਼ਵੇਸ਼ਵਰਿਆ ਦੁਆਰਾ ਲਿਖੀ ਗਈ ਸੀਗੀ। ਇਹਦੇ ਵਿੱਚ ਪਹਿਲੀ ਵਾਰੀ ਪਲੈਨਿੰਗ ਦੀ ਗੱਲ ਕੀਤੀ ਗਈ ਸੀ ਵੀ ਇੰਡੀਆ ਵਿੱਚ ਕਿਵੇਂ ਪਲੈਨਿੰਗ ਕੀਤੀ ਜਾਵੇ ਜਿਹਦੇ ਅਕੋਰਡਿੰਗਲੀ ਆਪਾਂ ਅੱਗੇ ਨੂੰ ਗਰੋਥ ਕਰ ਸਕੀਏ ਇਕਨੋਮੀ ਦੇ ਵਿੱਚ। ਤਾਂ 1938 ਦੇ ਵਿੱਚ ਕੀ ਹੁੰਦਾ ਜੀ? ਬੇਸਿਕਲੀ ਹੁਣ ਨਾ ਦੇਖੋ, ਜਦੋਂ ਇੱਕ ਮੰਗ ਉੱਠਦੀ ਹੈ ਨਾ ਤਾਂ ਉਸ ਟਾਈਮ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਸੀਗੀ ਉਹਦੇ ਚ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਲੋਕ ਹੁੰਦੇ ਸੀਗੇ ਉਹਨਾਂ 'ਚ ਉਹ ਮੰਗ ਜਿਹੜੀ ਆ ਬਹੁਤ ਪੁਖਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ। ਤਾਂ ਫਿਰ ਇੱਕ ਨੈਸ਼ਨਲ ਪਲੈਨਿੰਗ ਕਮਿਸ਼ਨ ਬਣਾਇਆ ਜਾਂਦਾ ਹੈ, ਬਟ ਇਹ ਪਲੈਨਿੰਗ ਕਮਿਸ਼ਨ ਹਜੇ ਲਾਗੂ ਨਹੀਂ ਕੀਤਾ ਜਾਂਦਾ। ਨਾਟ ਇੰਪਲੀਮੈਂਟਡ। ਇੰਪਲੀਮੈਂਟਡ ਦਾ ਮਤਲਬ ਵੀ ਇਸ ਨੂੰ ਆਪਾਂ ਲਾਗੂ ਨਹੀਂ ਕਰਦੇ। ਕਿਉਂ ਲਾਗੂ ਨਹੀਂ ਕਰਦੇ? ਉਸ ਟਾਈਮ ਨਾ ਆਪਾਂ ਵਰਲਡ ਵਾਰ 2 ਜਿਹੜੀ ਉਹ ਛਿੜ ਜਾਂਦੀ ਹੈ, ਤਾਂ ਉਹਦੇ ਕੁਝ ਪੋਲੀਟੀਕਲ ਰੀਜ਼ਨਸ ਕਰਕੇ ਕੁਝ ਐਸੇ ਉਸ ਟਾਈਮ ਵਿੱਚ ਐਸੇ ਰੀਜ਼ਨ ਬਣ ਜਾਂਦੇ ਆ ਵੀ ਆਪਾਂ ਇਹਨਾਂ ਨੂੰ ਲਾਗੂ ਨਹੀਂ ਕਰ ਪਾਉਂਦੇ। ਨੈਸ਼ਨਲ ਪਲੈਨਿੰਗ ਕਮਿਸ਼ਨ ਜਿਹੜਾ ਹੁੰਦਾ ਉਹਨੂੰ ਆਪਾਂ ਇੰਪਲੀਮੈਂਟ ਨਹੀਂ ਕਰ ਪਾਉਂਦੇ ਪ੍ਰੋਪਰਲੀ। ਠੀਕ ਹੈ ਜੀ। ਪਰ ਇਹ ਬਣਦਾ ਕਿ ਚੇਅਰਮੈਨਸ਼ਿਪ ਦੇ ਅੰਦਰ ਹੈ ਜਵਾਹਰ ਲਾਲ ਨਹਿਰੂ ਦੇ ਅੰਦਰ। ਆਹ ਇੰਪੋਰਟੈਂਟ ਚੀਜ਼ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕਈ ਸਾਰੇ ਪਲਾਨਸ ਲੈ ਕੇ ਆਉਣੇ ਸ਼ੁਰੂ ਹੁੰਦੇ ਨੇ। ਜਿਵੇਂ 1944 ਦੇ ਵਿੱਚ ਅਗਰ ਮੈਂ ਗੱਲ ਕਰਾਂ ਨਾ ਤਾਂ ਬੰਬੇ ਪਲਾਨ ਲੈ ਕੇ ਆ ਜਾਂਦਾ। ਜਿਹੜਾ ਬੰਬੇ ਪਲਾਨ ਹੈ ਨਾ ਉਸ ਟਾਈਮ ਦੇ 8 ਇੱਕ ਬਹੁਤ ਵੱਡਾ ਜਿਹੜੇ ਆਪਾਂ ਕਹਿੰਦੇ ਆ 8 ਇੰਡਸਟਰੀਅਲ ਸੀਗੇ। ਜੇ ਆਪਾਂ ਗੱਲ ਕਰੀਏ ਉਸ ਟਾਈਮ ਦੇ 8 ਤਗੜੇ ਬਿਜ਼ਨਸਮੈਨ ਉਸ ਟਾਈਮ ਇਹ ਪਲਾਨ ਜਿਹੜਾ ਬੰਬੇ ਪਲਾਨ ਲੈ ਕੇ ਆਉਂਦੇ ਨੇ। ਠੀਕ ਹੈ ਜੀ। 1944 ਦੇ ਵਿੱਚ ਤੇ ਇਸੀ ਦੌਰਾਨ 1944 ਦੇ ਵਿੱਚ ਇੱਕ ਗਾਂਧੀਅਨ ਪਲਾਨ ਲੈ ਕੇ ਆ ਜਾਂਦਾ ਹੈ SN ਅਗਰਵਾਲ ਦੁਆਰਾ। ਜਿਹੜਾ ਇਹਦੇ ਵਿੱਚ ਹੁੰਦਾ ਹੈ ਇਹ ਗਾਂਧੀ ਦੀ ਆਈਡੀਓਲੋਜੀ, ਜਿਹੜੇ ਮਹਾਤਮਾ ਗਾਂਧੀ ਸੀਗੇ ਨਾ ਉਹਨਾਂ ਦੀ ਆਈਡੀਓਲੋਜੀ ਬੇਸਿਕਲੀ ਕੀ ਹੁੰਦਾ? ਸੋਚ। ਤਾਂ ਉਹਨਾਂ ਦੀ ਸੋਚ ਨਾਲ ਜਿਹੜਾ ਪ੍ਰਭਾਵਿਤ ਸੀਗਾ। ਇਹਦੇ ਵਿੱਚ ਆਪਾਂ ਕਹਿੰਦੇ ਆ ਲੋਕਾਂ ਦੇ ਵੈਲਫੇਅਰ ਬਾਰੇ, ਜੇ ਆਪਾਂ ਲੋਕਾਂ ਦਾ ਸੁਧਾਰ ਕਰਦੇ ਕਿਵੇਂ ਇਕਨੋਮੀ ਨੂੰ ਗਰੋ ਕਰਾ ਸਕਦੇ ਆ। ਤਾਂ ਇਹ ਗਾਂਧੀਅਨ ਪਲਾਨ ਜਿਹੜਾ ਹੈਗਾ 1944 ਦੇ ਵਿੱਚ SN ਅਗਰਵਾਲ ਦੁਆਰਾ ਲੈ ਕੇ ਆ ਜਾਂਦਾ ਹੈ। ਫਿਰ ਉਸ ਤੋਂ ਬਾਅਦ 1945 ਦੇ ਵਿੱਚ ਆਪਾਂ ਗੱਲ ਕਰੀਏ ਇੱਕ ਪੀਪਲਸ ਪਲਾਨ ਲੈ ਕੇ ਆ ਜਾਂਦਾ। ਪੀਪਲਸ ਪਲਾਨ ਜਿਹੜਾ ਇਹ ਲੈ ਕੇ ਆ ਜਾਂਦਾ MN ਰॉय ਦੁਆਰਾ। ਠੀਕ ਹੈ ਨਾ ਜੀ। MN ਰॉय ਨੂੰ ਲੈ ਕੇ ਆਉਂਦਾ ਪੀਪਲਸ ਪਲਾਨ ਨੂੰ। ਦੈਨ 1950 ਦੇ ਵਿੱਚ ਸਰਵੋਦਿਆ ਪਲਾਨ। ਕਹਿੰਦੇ ਸਰਵੋਦਿਆ ਪਲਾਨ ਜਿਹੜਾ ਹੈ JP ਨਾਰਾਇਣ ਲੈ ਕੇ ਆਉਂਦੇ ਨੇ। ਤੇ ਜਿਹੜਾ ਸਰਵੋਦਿਆ ਪਲਾਨ ਹੈ ਇਹ ਕੁਝ ਹੱਦ ਤੱਕ ਜਿਹੜੇ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਇੰਪਲੀਮੈਂਟ ਵੀ ਕੀਤਾ ਜਾਂਦਾ ਹੈ, ਯਾਨੀ ਕਿ ਇਸ ਨੂੰ ਪ੍ਰੋਪਰਲੀ ਕੁਝ ਹੱਦ ਤੱਕ ਇਹਦੇ ਪੁਆਇੰਟਸ ਨੂੰ ਲੈ ਆਉਂਦਾ ਸਰਵੋਦਿਆ ਪਲਾਨ ਦੇ। ਤਾਂ ਜਿਹੜਾ ਹੈ JP ਨਾਰਾਇਣ ਜਿਹੜਾ ਹੈ ਲੈ ਕੇ ਆਉਂਦੇ ਨੇ। ਤਾਂ ਬੇਸਿਕਲੀ ਆਹ ਥੋੜੀ ਜਿਹੀ ਹਿਸਟਰੀ ਰਹਿੰਦੀ ਹੈ ਪਲੈਨਿੰਗ, ਜੋ ਆਪਾਂ ਕਹਿੰਦੇ ਆ ਸ਼ੁਰੂਆਤ
इंडिया में प्लैनिंग की शुरुआत ही आ थोड़ी जी हिस्टरी रहती है भी ਇਹਦੇ अंडर इंडिया प्लैनिंग एक बार शुरू होती है। उस तो बाद ਜਿਹੜਾ ਆਪਾਂ ਹੁਣ ਪੜਾਂਗੇ नीति आयोग बारे जो कि प्लैनिंग कमीशन ਨੂੰ ਹਟਾ ਕੇ ਬਣਿਆ ਸੀਗਾ। ਤੇ ਇਸ ਟਾਈਮ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਜਿਹਦਾ ਸਭ ਤੋਂ ਵੱਡਾ ਰੋਲ ਮੰਨਿਆ ਜਾਂਦਾ ਹੈ ਜਿਹਨੂੰ ਥਿੰਕ ਟੈਂਕ ਕਿਹਾ ਜਾਂਦਾ ਹੈ ਤੇ नीति आयोग ਦੇ ਕੁਐਸਚਨਸ ਬਹੁਤ ਜ਼ਿਆਦਾ ਰਿਪੀਟ ਹੁੰਦੇ ਨੇ ਤੇ ਸਭ ਤੋਂ ਜ਼ਿਆਦਾ ਮੈਂ ਕਹੂੰਗਾ ਇੰਪੋਰਟੈਂਟ ਹਿੱਸਾ ਰਹੂਗਾ ਇਹ ਪਲੈਨਿੰਗ ਬਾਰੇ। ਸੋ ਆਪਾਂ नीति आयोग ਤੇ ਗੱਲ ਕਰਦੇ ਹਾਂ। ਦੈਨ ਆਪਾਂ ਗੱਲ ਕਰਨੀ ਹੈ ਪਲੈਨਿੰਗ ਕਮਿਸ਼ਨ ਆਫ ਇੰਡੀਆ ਜਿਹਨੂੰ ਆਪਾਂ ਅਬੋਲਿਸ਼ ਕਰਕੇ, ਅਬੋਲਿਸ਼ ਦਾ ਮਤਲਬ ਕੀ ਹੁੰਦਾ ਹੈ ਜਿਹਨੂੰ ਆਪਾਂ ਖਤਮ ਕਰਕੇ ਬੇਸਿਕਲੀ नीति आयोग ਬਣਾਇਆ ਸੀਗਾ। ਠੀਕ ਹੈ ਜੀ। ਤਾਂ नीति आयोग ਦੀ ਗੱਲ ਕਿਵੇਂ ਸ਼ੁਰੂ ਹੁੰਦੀ ਹੈ ਜੀ? ਪਹਿਲੀ ਗੱਲ ਤਾਂ नीति आयोग ਦੀ ਫੁੱਲ ਫਾਰਮ नीति आयोग, ठीक है जी। तो नीति आयोग है बेसिकली पहले तो फुल फॉर्म बहुत इंपॉर्टेंट है जी, नेशनल इंस्टीट्यूशन फॉर ट्रांसफॉर्मिंग इंडिया। हुण एक गल ध्यान रखियो इत्थे ऑफ ना पा दिओ, पेपर च कंफ्यूज करदा है। ट्रांसफॉर्मिंग इंडिया, ठीक है जी। आ पहला तो नीति आयोग दी जेहड़े ਆਪਾਂ ਕਹਿੰਦੇ फुल फॉर्म है। ਉਸ ਤੋਂ ਬਾਅਦ ਇਹਦਾ ਕੰਮ ਕੀ ਹੈ ਬੇਸਿਕਲੀ ਇਹ ਨਾ ਥਿੰਕ ਟੈਂਕ ਹੈ। ਥਿੰਕ ਟੈਂਕ ਬੇਸਿਕਲੀ ਕੀ ਹੁੰਦਾ ਹੈ ਸਰਕਾਰ ਨੂੰ ਆਪਾਂ ਕੋਈ ਵੀ ਪਾਲਿਸੀ ਹੈ ਉਹਦੇ ਬਾਰੇ ਸੁਝਾਅ ਦੇਣਾ ਯਾਨੀ ਥਿੰਕ ਕਰਕੇ ਦੱਸਣਾ, ਇਹਨੂੰ ਥਿੰਕ ਟੈਂਕ ਵੀ ਕਿਹਾ ਜਾਂਦਾ ਹੈ। ਇਹ ਕੁਐਸਚਨ ਪਹਿਲਾਂ ਪੇਪਰਾਂ ਵਿੱਚ ਰਿਪੀਟ ਹੋਇਆ ਪਿਆ ਵੀ ਇਹਨਾਂ ਵਿੱਚੋਂ ਕਿਹੜੀ ਜਿਹੜੀ ਏਜੰਸੀ ਹੈ ਉਹ ਥਿੰਕ ਟੈਂਕ ਦਾ ਕੰਮ ਕਰਦੀ ਹੈ। ਤਾਂ नीति आयोग ਥਿੰਕ ਟੈਂਕ ਦਾ ਕੰਮ ਕਰਦੀ ਹੈ ਜੀ। ਜਦੋਂ नीति आयोग ਬਣਿਆ ਸੀ ਨਾ ਇਹ ਬਣਿਆ ਸੀ ਰਿਪਲੇਸ ਕਰਕੇ ਪਲੈਨਿੰਗ ਕਮਿਸ਼ਨ ਨੂੰ। ਰਿਪਲੇਸ ਯਾਨੀ ਕਿ ਜਦੋਂ ਪਲੈਨਿੰਗ ਕਮਿਸ਼ਨ ਨੂੰ ਖਤਮ ਕੀਤਾ ਨਾ ਫਿਰ नीति आयोग ਬਣਾਇਆ ਗਿਆ, यानी प्लैनिंग कमीशन ਨੂੰ ਸਕ੍ਰੈਪ यानी खत्म किया गया ਸੀਗਾ। ਇਹ ਪਲੈਨਿੰਗ ਕਮਿਸ਼ਨ ਸੀਗੀ ਇਹਨੂੰ ਕਦੋਂ ਸਕ੍ਰੈਪ ਕੀਤਾ ਗਿਆ ਪੇਪਰ 'ਚ ਆਹ ਕੁਐਸਚਨ ਬਣ ਸਕਦਾ ਹੈ। ਤਾਂ ਸਕ੍ਰੈਪ ਹੋਇਆ ਸੀਗਾ ਅਗਸਤ 13 2014 ਨੂੰ ਸਕ੍ਰੈਪ ਕਰ ਦਿੱਤਾ ਗਿਆ ਸੀ। ਸਕ੍ਰੈਪ ਦਾ ਯਾਨੀ ਕਿ ਮਤਲਬ ਖਤਮ ਕਰ ਦਿੱਤਾ ਗਿਆ ਸੀਗਾ ਪਲੈਨਿੰਗ ਕਮਿਸ਼ਨ ਨੂੰ ਤੇ ਪਲੈਨਿੰਗ ਕਮਿਸ਼ਨ ਨੂੰ ਹਟਾ ਕੇ नीति आयोग ਦੀ ਸੈਟਅਪ ਕੀਤਾ ਗਿਆ। ਤੇ नीति आयोग ਕਦੋਂ ਹੋਂਦ 'ਚ ਵਿੱਚ ਆਇਆ 1 जनवरी 2015। बहुत ज्यादा इंपॉर्टेंट डेट है, नोट कर लो किधर ना किधर, ठीक है जी। तो प्लैनिंग कमीशन हटा के नीति आयोग की सैटअप की गई। तो हम तुम कोई गल पूछ सकते हो भी प्लैनिंग कमीशन ऐसिया की कमियां सीगियां जिहदे अंडर आपां नूं नीति आयोग नूं लैके आना पिया। देखो प्लैनिंग कमीशन के अंडर एवें सीगा कुछ हद तक स्टेट्स का रोल ना प्रॉपर नहीं सीगा, बिकॉज जो आप नीति आयोग बारे अगे फीचर्स पढ़ांगे ना दैन आपको पता लगेगा प्लैनिंग कमीशन के अंडर ना कुछ कमियां कुछ खामियां सीगियां जिहदे करके आपां नूं नीति आयोग का सैटअप करना पिया। तद तक तुसीं आह 3 चीज़ां नूं अपने नोट करो। मैं क्या दसना भी नीति आयोग की मैंबरशिप जी होंगी है वो किस तरीके फ्रेम की गई है, यानी किहड़े मैंबर्स ने। बिकॉज तुहानूं पॉलिटी पॉइंट ऑफ व्यू तो नीति आयोग बारे पता होना चाहिए है भी उसका चेयरमैन कौन है कौन नहीं है। बट एज अ इकनॉमिक थ्रू मैं गल करा ना इकनॉमिक थ्रू मैं गल करा तो नीति आयोग की पूरी मैंबरशिप बारे तुहानूं पता होना चाहिए भी इहदे किन्ने मैंबर्स ने किहदा की काम हुंदा है कौन कदों पार्टिसिपेट करता है। सो दी मैंबरशिप बारे प्रॉपर इन्फॉर्मेशन जी तुहानूं होनी चाहिए है नीति आयोग के मैंबरशिप बारे। तो आप गल शुरू करते हैं जी मैंबर बारे यानी जी मैंबरशिप बारे भी कौन कौन मैंबर होंगे जी। सब तो पहला तो जी चेयरमैन जिन्होंने कहिए या चेयरपर्सन जिन्होंने कहते हैं जी। देखो इसका चेयरमैन होंगे प्रधानमंत्री खुद यानी PM, प्राइम मिनिस्टर खुद ब खुद चेयरमैन बन जाता है, यानी इन्होंने कोई बनाता नहीं ऑटोमैटिकली इसका चेयरपर्सन या चेयरमैन आप कहिए PM हो जाता जी। दैन उस बाद गल करिए जी इसकी होंगी है कि गवर्निंग काउंसल। गवर्निंग काउंसल तो गवर्निंग काउंसल के अंडर कौन कौन आता जी थोड़े जिन्ने भी चीफ मिनिस्टर होंगे ने स्टेटां दे CM ऑफ ऑल स्टेट प्लस लुटिनेंट गवर्नर्स ऑफ यूनियन टेरिटरीज। तो ये सारे आते हैं गवर्निंग काउंसल के विच, ठीक है ना जी, जो कुछ फैसले लेने से बहुत ज्यादा हेल्प करती है। ताही देखो हुण इत्थे हरेक स्टेट का CM आ गया, जो हरेक स्टेट का CM आ गया ना तो पार्टिसिपेशन होगी स्टेटां दी भी। ਤਾਂ ਹੀ कुछ कारण ਸੀਗੇ जो प्लैनिंग कमीशन ਵਿੱਚ ਦਿੱਕਤ ਸੀਗੀ ਉਹ नीति आयोग ने अगे तक खत्म ਕੀਤੇ। ਉਸ ਤੋਂ ਬਾਅਦ ਦੈਨ ਰੀਜਨਲ ਕਾਉਂਸਲ। ਇਹ ਰੀਜਨਲ ਕਾਉਂਸਲ ਦੀ ਗੱਲ ਕਰ ਰਿਹਾ ਨਾ ਮੈਂ। ਇਹ ਰੀਜਨਲ ਕਾਉਂਸਲ ਦੇ ਅੰਡਰ ਬੇਸਿਕਲੀ ਕੀ ਸੀਗਾ ਇਹ ਰੀਜਨਲ ਕਾਉਂਸਲ ਤਦੋਂ ਹੀ ਬਣਾਈ ਜਾਂਦੀ ਹੈ ਜਦੋਂ ਆਪਾਂ ਨੂੰ ਬਹੁਤ ਲੋਡ ਹੋਵੇ। ਸਪੋਜ਼ ਕਰੋ 2-3 ਸਟੇਟਾਂ ਦੇ ਵਿੱਚ ਕੋਈ ਮੁੱਦਾ ਹੈ ਤਾਂ ਉਦੋਂ ਰੀਜਨਲ ਕਾਉਂਸਲ ਜਾਂ ਪੈਸੇ ਨੂੰ ਲੈ ਕੇ ਕੋਈ ਮੁੱਦਾ ਹੈ ਜਾਂ ਥਿੰਕ ਟੈਂਕ ਨੂੰ ਦਿਖ ਰਿਹਾ ਵੀ ਕੋਈ 2-3 ਸਟੇਟਾਂ ਦੇ ਵਿੱਚ ਕੋਈ ਮੁੱਦਾ ਆ ਰਿਹਾ ਤਾਂ ਰੀਜਨਲ ਕਾਉਂਸਲ ਸਪੈਸ਼ਲੀ ਬਣਾਈ ਜਾਂਦੀ ਹੈ किदी सुपरविजन के अंदर PM की सुपरविजन के अंदर या PM इन्हें बनाउंदा है। ये जदों कोई 2 स्टेटां या कोई 2 यूनियन टेरिटरी कोई गल 2 या 2 तो वध विच आ जाए तो रीजनल काउंसल स्पैशली बनाई जाती है किदे अंडर PM बनाउंदा है। तो ध्यान रखो 3 चीज़ां तो आप हो गई। दैन उस तो बाद बेसिकली की है जी
ये तो हो गया देखो ਇਹਦਾ ਆਪਾਂ कह लिए स्ट्रक्चर जिवें सिंपल स्ट्रक्चर हो गया जो कि देखो ਜਿਹੜੇ ਆਵਲੇ पीएम सीएम या फिर अपने गवर्नर्स ने ये तो हो गए पार्ट टाइम टाइप ला लिए मैंबर ला लिए आप बेसिकली कह सकते हैं जो प्रॉपर ਇਹਦੇ ਆਫਿਸ 'ਚ ਨਹੀਂ ਬੈਠਣਗੇ पर ਜਦੋਂ ਲੋੜ ਹੋਊਗੀ ਤਦੋਂ ਆ ਜਾਣਗੇ बट ਹੁਣ ਆਪਾਂ ਇਹਦਾ ਪ੍ਰੋਪਰ ਮੈਂਬਰਸ਼ਿਪ ਸਟਰਕਚਰ ਦੇਖਦੇ ਹਾਂ ਜੋ ਇਹਦਾ ਸੱਚੀ ਜੋ ਆਪਾਂ ਕਹਿੰਦੇ ਦਫ਼ਤਰ 'ਚ ਲੋਕ ਬੈਠਦੇ ਨੇ ਉਹ ਕਿਹੜਾ ਸਟਰਕਚਰ ਹੈ ਜਿਹੜੇ ਦਫ਼ਤਰ 'ਚ ਲੋਕੀ ਬੈਠਦੇ ਨੇ ਜੇ ਆਪਾਂ ਗੱਲ ਕਰੀਏ ਆਪਾਂ ਨੀਤੀ ਆਯੋਗ ਦੇ ਕੱਲ ਨੂੰ ਆਫਿਸ ਜਾਈਏ ਤਾਂ ਉੱਥੇ ਆਪਾਂ ਨੂੰ ਨਾ ਤਾਂ ਪ੍ਰਾਈਮ ਮਿਨਿਸਟਰ ਮਿਲਣ ਵਾਲਾ ਪਹਿਲੀ ਗੱਲ ਤਾਂ ਬਿਕੋਜ਼ ਜਿਹੜੇ ਆ ਆਫਿਸ ਦੇ ਨੇ ਇਹਨਾਂ ਦੇ ਹੋਰ ਵੀ ਬਥੇਰੇ ਕੰਮ ਨੇ ਉੱਥੇ ਆਪਾਂ ਨੂੰ ਨੀਤੀ ਆਯੋਗ ਦੇ ਵਿੱਚ ਜਦੋਂ ਆਪਾਂ ਦਫ਼ਤਰ 'ਚ ਜਾਵਾਂਗੇ ਤਾਂ ਉੱਥੇ ਆਪਾਂ ਨੂੰ ਬੇਸਿਕਲੀ ਆਹ ਸਟਰਕਚਰ ਵਾਲੇ ਲੋਕ ਮਿਲਦੇ ਨੇ ਤਾਂ ਸਟਰਕਚਰ ਸਭ ਤੋਂ ਪਹਿਲਾਂ ਕੌਣ ਹੁੰਦਾ ਜੀ ਵਾਈਸ ਚੇਅਰਪਰਸਨ ਵਾਈਸ ਚੇਅਰਮੈਨ ਜਾਂ ਫਿਰ ਚੇਅਰਪਰਸਨ ਆਪਾਂ ਕਹਿ ਲਈਏ ਇਹਦਾ ਉਹ ਮਿਲੂਗਾ ਤੁਹਾਨੂੰ ਵੀਸੀ ਨੂੰ ਕਹਿੰਦੇ ਨੇ ਵਾਈਸ ਚੇਅਰਪਰਸਨ ਮਿਲੂਗਾ ਦੈਨ ਜੀ ਦੋ ਮੈਂਬਰਸ ਮਿਲਣਗੇ ਜਿਹੜੇ ਕਿ ਹੁੰਦੇ ਆ ਤੁਹਾਡੇ ਮੈਂਬਰਸ ਤੁਹਾਨੂੰ 2 ਮਿਲਣਗੇ ਜਿਹੜੇ ਹੁੰਦੇ ਤੁਹਾਡੇ ਫੁੱਲ ਟਾਈਮ ਮੈਂਬਰਸ ਜਿਹੜਾ ਹਰ ਟਾਈਮ ਉੱਥੇ ਮੌਜੂਦ ਹੋਣਗੇ फुल टाइम मेंबर्स देन दो पार्ट टाइम भी 2 मेंबर्स बनेंगे ठीक है जी देन उसके बाद गल करते हैं जी एक्स ऑफिशियो मेंबर्स देखो एक्स ऑफिशियो का मतलब की होता है बेसिकली दफ्तर तो ही काम मिल जाना यानी कि तुसीं ये समझ सकते हो जो साडा जेहड़ा आपां कह लईए वाइस प्रेजिडेंट हुंदा ना जी वो एक्स ऑफिशियो चेयरमैन हुंदा है राज सभा दा इहदा मतलब की होया भी राज सभा का एक्स ऑफिशियो यानी कि कोई भी बंदा जिहड़ा कि वाइस प्रेजिडेंट बनूगा वो अपने आप चेयरमैन बनूगा राज सभा का तो इहो जिहे एक्स ऑफिशियो मैंबर्स होंदे ने जिहड़े कि बेसिकली 4 होंदे ने ये नॉमिनेट कौन करदा है पीएम नॉमिनेट करदा है उन्होंने जिहड़ा नॉमिनेट करना होंदा वो पीएम करदा है यानी प्रधानमंत्री 4 मैंबर नॉमिनेट करूगा आ मुद्दे की गल है देन उस तो बाद एक होंदा जी सीईओ जिन्होंने आप कहते हैं चीफ एग्जीक्यूटिव ऑफिसर जिन्होंने आप कह लईए वो जिहड़ा अपॉइंट किया जाता है फिक्स्ड टाइमली एक फिक्स्ड टाइमली अपॉइंट किया जाता है ये बहुत इंपॉर्टेंट होता है इस टाइम सीईओ कौन है तो नोट कर लो नाम अमिताभ कांत तेनों अपॉइंट कौन करता है तो इन्हों अपॉइंट भी बेसिकली पीएम ही करूगा प्रधानमंत्री कोल ही सारी पावर होंगी है ठीक है जी तो उस तो बाद जे लोड पवे तो सैकटरीएट नूं भी अपॉइंट कर दिया जाता है जे लोड पवे तो बेसिकली आ स्ट्रक्चर है मैंबर का चेयरमैन हो गया गवर्निंग काउंसल रीजनल काउंसल तां बनेगी जे नीड पऊगी ठीक है जी दैन उस तो बाद पूरा स्ट्रक्चर जब गल करिए जिहड़ा उत्थे दफ्तर सानूं लोकी मिलणगे तो उन्हां विच बेसिकली तो वाइस चेयरमैन होगा दैन 2 मैंबर होंगे फुल टाइम 2 होंगे पार्ट टाइम एक्स ऑफिशियो यानी 4 मैंबर जिहड़े नॉमिनेट करूगा पीएम वो होंगे तो एक सीईओ मिलेगा जिहड़ा फिक्स टाइमली अपॉइंट किया जाएगा तो फिक्स सैलरी अपॉइंट किया जाएगा पीएम द्वारा तो आ सारा स्ट्रक्चर होगा नीति आयोग का इस तो बाहर क्वेश्चन आता कोई आप कह लिए चांस है नहीं इस तो बाद आप गल करांगे नीति आयोग नूं बनाउण दी लोड़ क्यों पई ठीक है ना जी कुछ फीचर्स देखांगे बेसिकली जो कि मैं तुहानूं सिंपलीफाइड वे समझाने की कोशिश करूंगा देखो इकोनॉमी दे विच तुसीं अगर एक बार इकोनॉमी समझ रहे ना दैन एमसीक्यू तुहानूं बहुत आसानी होगी तो तुसीं एक बार इसको प्रॉपरली अपने अंडरस्टैंड दिमाग च पा लिया तो हर पेपर में नीति आयोग बारे क्वेश्चन बनने का पूरा चांस होंगे जिससे इकोनॉमी आनी है बिकॉज PSSB का पूरा मेंशन कर दिया इकोनॉमी पावांगे सी ठीक है दैन आप गल करते हैं जी जिन्हां करके नीति आयोग ने बनाया गया सब तो पहला सीगा फाइनैंशियल तरीके आप गल करिए देखो नीति आयोग जिहड़ा है ना वो फाइनैंशियली पैसे एलोकेट नहीं कर सकता यानी कि फाइनैंशियली पैसे एलोकेट नहीं कर सकता पर जिहड़ा प्लैनिंग कमीशन सीगा उन्होंने इन्नी पावर सी जो कि स्टेटां नूं पैसे भी दे सकदा सीगा बट नीति आयोग को फाइनैंशियल पावर्स नहीं है ਇਹਦੇ ਕੋਲ ਸਿਰਫ ਥਿੰਕ ਟੈਂਕ ਪਾਲਿਸੀਜ਼ ਨੇ ਵੀ ਬਣਾਊਗਾ ਪਾਲਿਸੀ ਦੇ ਦੂਗਾ ਬਟ ਪੈਸੇ ਐਲੋਕੇਟ ਨਹੀਂ ਕਰ ਸਕਦਾ ਪਹਿਲਾ ਮੁੱਦਾ ਸੀ ਫਾਈਨੈਂਸ਼ੀਅਲ ਦੂਜਾ ਹੈਗਾ ਪਾਰਟਿਸਿਪੇਸ਼ਨ ਤਾਂ ਪਾਰਟਿਸਿਪੇਸ਼ਨ ਬੇਸਿਕਲੀ ਸੀਗਾ ਪਹਿਲਾ ਜਿਹੜਾ ਪਲੈਨਿੰਗ ਕਮਿਸ਼ਨ ਸੀਗਾ ਨਾ ਉਹਦੇ ਵਿੱਚ ਜ਼ਿਆਦਾ ਸੈਂਟਰ ਦੀ ਸੁਪਰਵਿਜ਼ਨ ਸੀਗੀ ਜਾਂ ਆਪਾਂ ਐਵੇਂ ਕਹਿ ਸਕਦੇ ਹਾਂ ਬੇਸਿਕਲੀ ਸੈਂਟਰ ਕੋਲ ਜ਼ਿਆਦਾ ਪਾਵਰ ਸੀਗੀਆਂ ਸਟੇਟਾਂ ਦਾ ਪਾਰਟਿਸਿਪੇਸ਼ਨ ਜਾਂ ਸਟੇਟ ਦਾ ਰੂਲ ਘੱਟ ਸੀਗਾ ਇਹਨੂੰ ਸਟੇਟਸ ਰੂਲ ਵੀ ਕਹਿ ਸਕਦੇ ਹੋ ਤੁਸੀਂ ਜਿਹੜਾ ਸਟੇਟ ਦਾ ਰੂਲ ਹੈ ਨਾ ਉਹ ਵਧਾਇਆ ਗਿਆ ਵੀ ਹੁਣ ਜਿਹੜੇ ਸੀਐਮ ਜਾਂ ਫਿਰ ਆਪਾਂ ਕਹਿੰਦੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਬੰਦੇ ਵੀ ਨਾਲ ਲਿੱਤੇ ਗਏ ਤਾਂ ਪਾਰਟਿਸਿਪੇਸ਼ਨ ਵੀ ਜਿਹੜਾ ਫਰਕ ਦੇਖਣ ਨੂੰ ਮਿਲਿਆ ਜੀ ਤੇ ਐਲੋਕੇਸ਼ਨ ਦੀ ਗੱਲ ਧਿਆਨ ਰੱਖ ਲਿਓ ਜਿਹੜਾ ਐਲੋਕੇਸ਼ਨ ਪਾਵਰ ਸੀਗੀ ਉਹ ਇਸ ਤੋਂ ਲੈ ਲੇਗੀ ਯਾਨੀ ਇਹ ਪੈਸੇ ਹੁਣ ਐਲੋਕੇਟ ਨਹੀਂ ਕਰ ਸਕਦਾ ਐਲੋਕੇਸ਼ਨ ਆਫ ਜਿਹੜੀ ਮਨੀ ਹੈ ਉਹ ਪਲੈਨਿੰਗ ਕਮਿਸ਼ਨ ਦੇ ਕੋਲ ਸੀਗੀ ਬਟ ਇਹ ਬਾਤ ਉਹ ਲੈ ਨਹੀਂ ਗਈ ਸੀ ਸੋ ਇਹ ਹੈਗਾ ਨੀਤੀ ਆਯੋਗ ਜੋ ਅੱਜ ਦੇਸ਼ ਵਿੱਚ ਪਲੈਨਿੰਗ ਦੇ ਵਿੱਚ ਹੈਲਪ ਕਰਦਾ ਹੈ ਤੇ ਹੁਣ ਆਪਾਂ ਪੜਾਂਗੇ ਜੀ ਇਹਦਾ
ਪਲੈਨਿੰਗ ਆਫ ਇੰਡੀਆ ਦਾ ਲਾਸਟ ਟੌਪਿਕ ਜਿਹਨੂੰ ਆਪਾਂ ਕਹਿੰਦੇ ਆ ਪਲੈਨਿੰਗ ਕਮਿਸ਼ਨ, ਜੋ ਜਿਹਦੇ ਅੰਡਰ ਆਪਾਂ ਨੀਤੀ ਆਯੋਗ ਨੂੰ ਲੈ ਕੇ ਆਏ ਸੀਗੇ। ਤਾਂ ਇਹ ਲਾਸਟ ਟੌਪਿਕ ਹੈ ਹੁਣ ਜਿਹਨੂੰ ਆਪਾਂ ਕਹਿੰਦੇ ਆ ਪਲੈਨਿੰਗ ਕਮਿਸ਼ਨ। ਠੀਕ ਹੈ ਜੀ। ਤਾਂ ਪਲੈਨਿੰਗ ਕਮਿਸ਼ਨ ਜਿਹੜਾ ਹੈਗਾ ਜੀ, ਜਿਹਨੂੰ ਆਪਾਂ ਹਟਾ ਕੇ ਨੀਤੀ ਆਯੋਗ ਨੂੰ ਲੈ ਕੇ ਆਏ ਸੀਗੇ, ਤਾਂ ਇਹ ਪਲੈਨਿੰਗ ਕਮਿਸ਼ਨ ਕਦੋਂ ਬਣਾਇਆ ਜਾਂਦਾ? ਤਾਂ ਇਹ ਤਾਂ ਗੱਲ ਹੋ ਗਈ ਤੁਹਾਡੀ ਜਿਹੜਾ ਆਪਣਾ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ ਸੀ। ਤਾਂ ਪਲੈਨਿੰਗ ਕਮਿਸ਼ਨ ਜਿਹੜਾ ਬਣਾਇਆ ਜਾਂਦਾ ਜੀ, ਉਹ ਬਣਦਾ 15 ਮਾਰਚ 1950 ਨੂੰ। ਮਾਰਚ 15 1950 ਨੂੰ ਬਣਾਇਆ ਜਾਂਦਾ ਜੀ। ਕੌਣ ਬਣਾਉਂਦਾ ਹੈ? ਜਵਾਹਰ ਲਾਲ ਨਹਿਰੂ, ਉਸ ਟਾਈਮ ਦਾ ਪ੍ਰਧਾਨ ਮੰਤਰੀ ਬਣਾਉਂਦਾ ਨੇ ਇਹਨੂੰ। ਠੀਕ ਹੈ ਜੀ। ਤਾਂ ਇਹਦਾ ਵੀ ਜਿਹੜਾ ਚੇਅਰਪਰਸਨ ਹੈ ਕੌਣ ਹੁੰਦਾ ਸੀਗਾ ਜੀ? PM ਖੁਦ। ਇਹਦਾ ਵੀ ਚੇਅਰਪਰਸਨ PM ਖੁਦ ਹੁੰਦਾ ਸੀਗਾ। PM ਖੁਦ ਹੀ ਸੁਪਰਵਾਈਜ਼ਨ ਕਰੂਗਾ, ਤਾਂ PM ਚੇਅਰਪਰਸਨ ਸੀਗਾ ਜੀ। ਠੀਕ ਹੈ ਜੀ। ਬੇਸਿਕਲੀ ਇਹ ਕੀ ਸੀਗਾ, ਇੱਕ ਆਪਾਂ ਕਹਿ ਸਕਦੇ ਹਾਂ ਇਹਨੂੰ ਕਿਸੇ ਲਾਅ ਦੇ ਤਹਿਤ ਨਹੀਂ ਬਣਾਇਆ ਗਿਆ ਸੀਗਾ। ਹੁਣ ਕੁਝ ਬੋਡੀਜ਼ ਹੁੰਦੀਆਂ ਨੇ, ਤਾਂ ਮੈਂ 3 ਤਰੀਕੇ ਦੀ ਬੋਡੀਜ਼ ਨੂੰ ਸਮਝਾ ਦਿੰਦਾ। ਸਭ ਤੋਂ ਪਹਿਲਾਂ ਹੈਗੇ ਜੀ ਕਨਸਟੀਟਿਊਸ਼ਨਲ ਬੋਡੀਜ਼। ਸਪੋਜ਼ ਕਰੋ ਜਿਵੇਂ ਮੈਂ ਕਹਿੰਦਾ ਜੋ ਕਿ ਸੰਵਿਧਾਨ ਦੇ ਵਿੱਚ ਲਿਖੀਆਂ ਵੀ ਹੈ, ਉਹਨਾਂ ਨੂੰ ਕਹਿੰਦੇ ਨੇ ਕਨਸਟੀਟਿਊਸ਼ਨਲ। ਸਪੋਜ਼ ਮੈਂ CAG ਕੈਗ ਦਾ ਆਫਿਸ ਲਿਖਿਆ ਪਿਆ, ਅਟਾਰਨੀ ਜਨਰਲ ਉਹਦਾ ਆਫਿਸ ਲਿਖਿਆ ਪਿਆ ਸੰਵਿਧਾਨ ਦੇ ਵਿੱਚ। ਜੇ ਆਪਾਂ ਗੱਲ ਕਰੀਏ ਇਲੈਕਸ਼ਨ ਕਮਿਸ਼ਨ, ਆ ਸਾਰੀਆਂ ਹੋ ਗਿਆ ਕਨਸਟੀਟਿਊਸ਼ਨਲ ਬੋਡੀਜ਼, ਇਹ ਸੰਵਿਧਾਨ ਨੇ ਬਣਾਤੀਆਂ। ਦੈਨ ਉਸ ਤੋਂ ਬਾਅਦ ਹੁੰਦੀਆਂ ਜੀ ਜਿਹਨਾਂ ਨੂੰ ਆਪਾਂ ਕਹਿੰਦੇ ਆ ਸਟੈਚੂਟਰੀ ਬੋਡੀਜ਼। ਜਿਹੜੀਆਂ ਆਹ ਵਾਲੀ ਬੋਡੀਜ਼ ਨੇ, ਇਹਨਾਂ ਨੂੰ ਆਪਾਂ ਲਾਅ ਦੇ ਤਹਿਤ ਬਣਾਇਆ। ਜਿਵੇਂ ਸੈਬੀ, ਜਿਹੜੀ ਸੈਬੀ ਹੈ ਨਾ, ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਇਹ ਸੰਵਿਧਾਨ 'ਚ ਮੈਂਸ਼ਨ ਨਹੀਂ ਹੈ, ਪਰ ਇਹ ਲਾਅ ਦੇ ਅੰਡਰ ਬਣੀ ਪਈ ਹੈ। LIC ਇਹ ਲਾਅ ਦੇ ਅੰਡਰ ਬਣੀ ਪਈ ਹੈ। ਠੀਕ ਹੈ ਜੀ। ਇਹ ਸਾਰੀਆਂ ਲਾਅ ਦੇ ਅੰਡਰ ਬਣੀਆਂ ਪਈਆਂ ਵੀ ਕਿਸੇ ਨਾ ਕਿਸੇ ਲਾਅ ਦੇ ਅੰਡਰ ਜੋ ਕਿ ਆਪਾਂ ਪਾਸ ਕਰਾਇਆ ਉੱਥੋਂ ਦੀ ਬਣਾਈਆਂ ਗਈਆਂ। ਕੁਝ ਹੈਗੀਆਂ ਐਕਸਟਰਾ ਕਨਸਟੀਟਿਊਸ਼ਨਲ ਨਾਨ ਸਟੈਚੂਟਰੀ ਬੋਡੀਜ਼, ਯਾਨੀ ਨਾ ਕਿ ਉਹ ਸੰਵਿਧਾਨ 'ਚ ਮੈਂਸ਼ਨ ਨੇ, ਜਿਹੜੀ ਜਿਵੇਂ ਕਿ ਆ ਹੈ ਐਕਸਟਰਾ ਕਨਸਟੀਟਿਊਸ਼ਨਲ ਪਲੱਸ ਨਾਨ ਸਟੈਚੂਟਰੀ। ਇਹ ਨਾ ਤਾਂ ਸੰਵਿਧਾਨ 'ਚ ਮੈਂਸ਼ਨ ਹੈ, ਨਾ ਕਿਸੇ ਲਾਅ ਦੇ ਅੰਡਰ ਆਈ ਹੈ। ਠੀਕ ਹੈ ਨਾ ਜੀ। ਆਹ ਬੋਡੀ ਹੈ ਤੁਹਾਡੀ ਪਲੈਨਿੰਗ ਕਮਿਸ਼ਨ। ਆਹ 2-3 ਤਰੀਕੇ ਦੀਆਂ ਬੋਡੀਜ਼ ਤੁਹਾਨੂੰ ਮੈਂ ਸਮਝਾਤੀਆਂ। ਠੀਕ ਹੈ। ਇਸ ਤੁਸੀਂ RBI ਵੀ ਐਡ ਕਰ ਸਕਦੇ ਹੋ, ਰਿਜ਼ਰਵ ਬੈਂਕ ਆਫ ਇੰਡੀਆ। ਠੀਕ ਹੈ ਜੀ। ਤੇ ਨਾਲ ਮੈਨੂੰ ਚੀਜ਼ ਕਮੈਂਟ ਕਰਕੇ ਦੱਸੋ ਵੀ RBI ਕਦੋਂ ਬਣਿਆ ਸੀਗਾ, ਕਿਹੜੇ ਐਕਟ ਦੇ ਅੰਦਰ ਤੇ ਕਦੋਂ ਬਣਾਇਆ ਗਿਆ ਸੀਗਾ। ਇਹਦੀ ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੱਸਣਾ ਵੀ RBI ਕਦੋਂ ਬਣਿਆ ਸੀਗਾ। ਇਸ ਬਾਰੇ ਵਿੱਚ ਤੁਸੀਂ ਨੋਟ ਕਰਕੇ ਮੈਨੂੰ ਕਮੈਂਟ ਸੈਕਸ਼ਨ ਦੱਸਣਾ ਜੀ। ਠੀਕ ਹੈ ਜੀ। ਤਾਂ ਜਿਹੜੀ ਤੁਹਾਡੀ ਜਿਹੜੀ ਬੋਡੀ ਬਣਾਈ ਗਈ ਸੀ ਪਲੈਨਿੰਗ ਕਮਿਸ਼ਨ, ਇਹ ਬਣਾਈ ਜਾਂਦੀ ਹੈ ਜੀ ਇੱਕ ਕਮੇਟੀ ਦੇ ਅੰਦਰ। ਇੱਕ ਕਮੇਟੀ ਜਿਹੜੀ ਰਿਕਮੈਂਡੇਸ਼ਨ ਦਿੰਦੀ ਹੈ। ਅੱਜ ਦੇ ਟਾਈਮ ਵੀ ਬੇਸਿਕਲੀ ਕੀ ਹੁੰਦਾ, ਆਪਾਂ ਕਿਸੇ ਨਾ ਕਿਸੇ ਨੂੰ ਰਿਕਮੈਂਡੇਸ਼ਨ ਦੇ ਦਿੰਦੇ ਆ ਵੀ ਬੇਸਿਕਲੀ ਆਹ ਕੰਮ ਕਰ ਦੋ। ਤਾਂ ਇੱਕ ਕਮੇਟੀ ਹੁੰਦੀ ਸੀ ਉਸ ਟਾਈਮ, KC ਨਿਯੋਗੀ ਕਮੇਟੀ। ਉਹਨੇ ਰਿਕਮੈਂਡੇਸ਼ਨ ਦਿੱਤੀ ਸੀ ਸਰਕਾਰ ਨੂੰ ਵੀ ਤੁਸੀਂ ਇੱਕ ਪਲੈਨਿੰਗ ਕਮਿਸ਼ਨ ਬਣਾਓ ਜਿਹੜੀ ਕਿ ਪਲੈਨਿੰਗ ਦੇ ਵਿੱਚ ਹੈਲਪ ਕਰੂਗੀ ਅੱਗੇ। ਇਹਨਾਂ ਨੇ ਅੱਗੇ 5 ਈਅਰ ਪਲਾਨ ਦੇ ਵਿੱਚ ਕੰਮ ਕੀਤਾ ਸੀ ਅੱਗੇ, ਜਿਹੜੇ ਕਿ ਭਾਰਤ ਦੇ ਵਿੱਚ ਬਣਦੇ ਸੀਗੇ, ਜਿਹੜੇ ਆਪਾਂ ਅਗਲੇ ਵੀਡੀਓਜ਼ ਕਵਰ ਕਰਾਂਗੇ। 5 ਈਅਰ ਪਲਾਨਸ ਕਿਹੜੇ-ਕਿਹੜੇ ਹੁੰਦੇ ਨੇ, ਉਹਨਾਂ ਵਿੱਚੋਂ ਕਾਫੀ ਕੁਐਸਚਨ ਪੇਪਰ ਦੇ ਦੇਖਣ ਨੂੰ ਮਿਲਦੇ ਨੇ। ਠੀਕ ਹੈ ਜੀ। ਤਾਂ ਇਹਨਾਂ ਨੇ ਕੀ ਕੀਤਾ ਸੀਗਾ, ਪਲੈਨਿੰਗ ਕਮਿਸ਼ਨ ਨੇ ਆਪਣੇ ਅੰਡਰ ਇੱਕ ਛੋਟੀ ਜਿਹੀ ਬੋਡੀ ਬਣਾਈ ਸੀ ਜਿਹਨੂੰ ਆਪਾਂ ਕਹਿੰਦੇ ਆ ਨੈਸ਼ਨਲ ਡਿਵੈਲਪਮੈਂਟ ਕਾਉਂਸਲ। ਨੈਸ਼ਨਲ ਡਿਵੈਲਪਮੈਂਟ ਕਾਉਂਸਲ ਜਿਹੜੀ ਬਣੀ ਸੀ ਜੀ, ਇਹ ਬਣੀ ਸੀ 1952 ਦੇ ਵਿੱਚ। ਠੀਕ ਹੈ ਨਾ ਜੀ। ਚੇਅਰਮੈਨ ਸੇਮ ਪ੍ਰਧਾਨ ਮੰਤਰੀ ਸੀਗਾ। ਬੇਸਿਕਲੀ ਇਹਦਾ ਕੰਮ ਕੀ ਸੀਗਾ, ਇਹਦੇ ਵਿੱਚ ਬੇਸਿਕਲੀ ਇਹਦੀ ਹੈਲਪ ਲਈ ਹੀ ਬਣਾਈ ਗਈ ਸੀਗੀ, ਯਾਨੀ ਪਲੈਨਿੰਗ ਕਮਿਸ਼ਨ ਦੀ ਹੈਲਪ ਲਈ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਨੂੰ ਬਣਾਇਆ ਗਿਆ ਸੀਗਾ ਵੀ ਕੁਝ ਐਲੋਕੇਸ਼ਨ ਦੇ ਵਿੱਚ ਹੈਲਪ ਹੋ ਜਾਂਦੀ ਹੈ ਪਲੈਨਿੰਗ ਕਮਿਸ਼ਨ ਦੀ। ਤਾਂ ਆਹ ਬੋਡੀ ਸੀਗੀਆਂ, ਆਹ ਪਲੈਨਿੰਗ ਦੀ ਗੱਲ ਹੁੰਦੀ ਹੈ ਜੋ ਇੰਡੀਆ ਵਿੱਚ ਦੇਖਣ ਨੂੰ ਮਿਲਦੀ ਹੈ, ਜਿਹੜੀ ਕਿ 1950 ਤੋਂ ਸ਼ੁਰੂ ਹੁੰਦੀ ਹੈ ਤੇ ਆਪਾਂ ਅੱਜ 2021 ਦੇ ਵਿੱਚ ਖੜੇ ਹਾਂ। ਤੇ ਅੱਜ ਨੀਤੀ ਆਯੋਗ ਜਿਵੇਂ ਪਲੈਨਿੰਗ ਕਰਦਾ ਹੈ, ਤਾਂ ਉਸ ਅਕੋਰਡਿੰਗਲੀ ਮੈਂ ਤੁਹਾਨੂੰ ਸਭ ਕੁਝ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਮੈਨੂੰ ਫੀਡਬੈਕ ਜ਼ਰੂਰ ਦਿਓ ਵੀ ਇਕਨੋਮੀ ਦੀ ਵੀਡੀਓ ਕਿਵੇਂ ਲੱਗੀ। ਜੇ ਕੋਈ ਚੀਜ਼ ਸਮਝ ਨਹੀਂ ਆਉਂਦੀ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ। ਠੀਕ ਹੈ ਜੀ। ਕੋਈ ਵੀ ਚੀਜ਼ ਤੁਹਾਨੂੰ ਕਿਸੇ ਵੀ ਚੀਜ਼ ਡਾਊਟ ਲੱਗਦਾ ਤਾਂ ਤੁਹਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਬਾਕੀ ਜਿਹੜੀ ਆਵਲੀ ਸੀਰੀਜ਼ ਹੈ ਤੁਹਾਡੇ ਲਈ ਹਰ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੈ, ਭਾਵੇਂ SSC ਹੈ, ਭਾਵੇਂ ਪੰਜਾਬ ਦਾ ਹੈ, ਭਾਵੇਂ ਇੰਡੀਆ ਲੈਵਲ ਦਾ ਹੈ, ਹਰ ਪੇਪਰ ਦੇ ਵਿੱਚ ਹੈਲਪ ਕਰਨ ਵਾਲੀ ਹੈ ਵੀ ਤੁਹਾਨੂੰ ਹਰ ਪੇਪਰ ਦੇ ਵਿੱਚ ਦੇਖਣ ਨੂੰ ਮਿਲੂਗੀ। ਸੋ ਆਪਾਂ ਇਹਦੇ ਮੈਂ ਕਮ ਸੇ ਕਮ ਮੈਂ ਸੋਚ ਰਿਹਾ ਇਹਦੇ ਕਮ ਸੇ ਕਮ 15 ਤੋਂ 20 ਲੈਕਚਰ ਬਣਨਗੇ ਪੂਰੀ ਇਕਨੋਮੀ ਦੇ। ਦੈਨ ਮੇਰੇ MCQs ਲੈ ਕੇ ਆਉਂਗਾ ਜੀ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ।